ਜੋ H1B ਵੀਜ਼ਾ, H4 ਵੀਜ਼ਾ ਤੇ F1B ਵੀਜ਼ਾ ਹੋਲਡਰਸ ਆ, ਉਹਨਾਂ ਨੂੰ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਟੈਕਸਸ ਦੇ ਵਿੱਚ ਆ ਰਹੀ ਆ। ਟੈਕਸਸ ਸਟੇਟ ਨੇ ਇਹ ਕਿਹਾ ਵੀ ਜੇ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗੀ ਹੋਈ ਹੈਗੀ ਆ, ਵੈਲਿਡ ਪੇ ਇੰਨੇ ਚਿਰ ਲਈ ਤੁਹਾਡਾ ਵੀਜ਼ਾ ਵੈਲਿਡ ਆ, ਤਾਂ ਹੀ ਅਸੀਂ ਤੁਹਾਨੂੰ ਲਾਇਸੈਂਸ ਦੇਵਾਂਗੇ। ਅਮਰੀਕਾ 'ਚ ਅੱਜ-ਕੱਲ੍ਹ ਕੀ ਹੋ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ H1 H4 ਜਾਂ F1 ਵੀਜ਼ਾ ਤੇ ਉੱਤੇ ਹੈਗੇ ਆ, ਉਹਨਾਂ ਦੀ ਐਕਸਟੈਂਸ਼ਨ ਤਾਂ ਹੋ ਜਾਂਦੀ ਆ, ਪਰ ਉਹ ਆਪਣੀ ਸਟੈਂਪ ਜਿਹੜੀ ਲਵਾਉਣ ਲਈ ਇੰਡੀਆ ਜਾਂ ਹੋਰ ਮੁਲਕਾਂ ਦੇ ਵਿੱਚ ਵਾਪਸ ਨਹੀਂ ਜਾਂਦੇ, ਕਿਉਂਕਿ ਉੱਥੇ 1-1 ਸਾਲ ਤੱਕ ਦਾ ਜਿਹੜਾ ਵੇਟਿੰਗ ਪੀਰੀਅਡ ਵੀ ਜਿਹੜਾ ਦੱਸਿਆ ਜਾ ਰਿਹਾ ਹੈਗਾ। ਸੋ ਹੁਣ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਮੰਨ ਲਓ ਵੀ ਅੱਜ ਦੀ ਡੇਟ 'ਚ ਕੈਲੀਫੋਰਨੀਆ ਦਾ ਲਾਇਸੈਂਸ ਉਹਨਾਂ ਦਾ ਵੈਲਿਡ ਆ, ਤੇ ਜੇ ਉਹ ਟੈਕਸਸ 'ਚ ਜਾਊਗੇ ਤੇ ਉਹਨਾਂ ਦੇ ਸਟੈਂਪ ਨਹੀਂ ਲੱਗੀ ਹੋਈ ਹੈਗੀ, ਕਦੋਂ ਐਕਸਪਾਇਰ ਹੋਣਾ ਹੈਗਾ ਆ, ਤੇ ਉਹ ਟੈਕਸਸ ਦਾ ਲਾਇਸੈਂਸ ਨਹੀਂ ਲੈ ਸਕਦੇ ਹੈਗੇ। ਸੋ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਹ ਪੋਜੀਸ਼ਨ ਲਈ ਆ ਵੀ ਉਹ ਫੋਰਨ ਪਾਸਪੋਰਟ ਉਹ ਨਹੀਂ ਲੈਣਗੇ ਜਿਹਦੇ ਉੱਤੇ ਐਕਸਪਾਇਰਡ ਵੀਜ਼ਾ ਲਿਖਿਆ ਹੋਇਆ ਹੈਗਾ ਆ, ਖਾਸ ਕਰਕੇ ਜਿਹੜੀ ਉਹਨਾਂ ਦੀ ਰੀਅਲ ਆਈਡੀ ਪਰਪਸ ਹੈਗਾ ਆ। ਸੋ ਇਹਦੇ ਨਾਲ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ, ਖਾਸ ਕਰਕੇ ਜਿਹੜੇ ਇੰਜੀਨੀਅਰ ਜਾਂ ਹੋਰ H1B ਵੀਜ਼ੇ ਦੇ ਉੱਤੇ ਹੈਗੇ ਆ। ਕਹਿੰਦੇ ਭਈ ਹੁਣ ਸਿਚੁਏਸ਼ਨ ਇਹ ਬਣੀ ਆ ਵੀ ਜੇ ਤੁਸੀਂ ਟੈਕਸਸ ਦਾ ਡਰਾਈਵਿੰਗ ਲਾਇਸੈਂਸ ਲੈਣਾ ਆ, ਤੇ ਤੁਹਾਨੂੰ ਇੰਡੀਆ ਨੂੰ ਜਾਣਾ ਪਊਗਾ। ਇੰਡੀਆ ਜਾ ਕੇ ਤੁਹਾਨੂੰ ਸਟੈਂਪ ਲਵਾਉਣੀ ਪਊਗੀ ਪਾਸਪੋਰਟ ਤੇ, ਮੁੜ ਕੇ ਆ ਕੇ ਫਿਰ ਟੈਕਸਸ ਸਟੇਟ 'ਚ ਆਓ ਤਾਂ ਫੇਰ ਤੁਸੀਂ ਜਿਹੜਾ ਲਾਇਸੈਂਸ ਆ ਉਹ ਲੈ ਸਕਦੇ ਹੈਗੇ ਆ। ਸੋ ਇਹ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ, ਉਹਨਾਂ ਨੇ ਹੁਣ ਕਾਫੀ ਰੌਲਾ ਪਾਇਆ ਇਸ ਇਸ਼ੂ ਦੇ ਉੱਤੇ ਵੀ ਭਈ ਇਹ ਤੁਸੀਂ ਸ਼ਰੇਆਮ ਜਿਹੜਾ ਆ ਧੱਕਾ ਕਰ ਰਹੇ, ਜਦ ਕਿ ਉਹ ਲੀਗਲੀ ਉਹਨਾਂ ਦਾ ਜਿਹੜਾ H1 ਐਕਸਟੈਂਡ ਹੋ ਚੁੱਕਾ ਹੈਗਾ ਆ, ਉਹ ਜੌਬ ਕਰ ਰਹੇ ਹੈਗੇ ਆ, ਟੈਕਸ ਪੇ ਕਰ ਰਹੇ ਹੈਗੇ। ਜੀ। ਜੋ H1B ਵੀਜ਼ਾ, H4 ਵੀਜ਼ਾ ਤੇ F1B ਵੀਜ਼ਾ ਹੋਲਡਰਸ ਆ, ਉਹਨਾਂ ਨੂੰ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਟੈਕਸਸ ਦੇ ਵਿੱਚ ਆ ਰਹੀ ਆ। ਟੈਕਸਸ ਸਟੇਟ ਨੇ ਇਹ ਕਿਹਾ ਵੀ ਜੇ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗੀ ਹੋਈ ਹੈਗੀ ਆ, ਵੈਲਿਡ ਪੇ ਇੰਨੇ ਚਿਰ ਲਈ ਤੁਹਾਡਾ ਵੀਜ਼ਾ ਵੈਲਿਡ ਆ, ਤਾਂ ਹੀ ਅਸੀਂ ਤੁਹਾਨੂੰ ਲਾਇਸੈਂਸ ਦੇਵਾਂਗੇ। ਅਮਰੀਕਾ 'ਚ ਅੱਜ-ਕੱਲ੍ਹ ਕੀ ਹੋ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ H1 H4 ਜਾਂ F1 ਵੀਜ਼ਾ ਤੇ ਉੱਤੇ ਹੈਗੇ ਆ, ਉਹਨਾਂ ਦੀ ਐਕਸਟੈਂਸ਼ਨ ਤਾਂ ਹੋ ਜਾਂਦੀ ਆ, ਪਰ ਉਹ ਆਪਣੀ ਸਟੈਂਪ ਜਿਹੜੀ ਲਵਾਉਣ ਲਈ ਇੰਡੀਆ ਜਾਂ ਹੋਰ ਮੁਲਕਾਂ ਦੇ ਵਿੱਚ ਵਾਪਸ ਨਹੀਂ ਜਾਂਦੇ, ਕਿਉਂਕਿ ਉੱਥੇ 1-1 ਸਾਲ ਤੱਕ ਦਾ ਜਿਹੜਾ ਵੇਟਿੰਗ ਪੀਰੀਅਡ ਵੀ ਜਿਹੜਾ ਦੱਸਿਆ ਜਾ ਰਿਹਾ ਹੈਗਾ। ਸੋ ਹੁਣ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਮੰਨ ਲਓ ਵੀ ਅੱਜ ਦੀ ਡੇਟ 'ਚ ਕੈਲੀਫੋਰਨੀਆ ਦਾ ਲਾਇਸੈਂਸ ਉਹਨਾਂ ਦਾ ਵੈਲਿਡ ਆ, ਤੇ ਜੇ ਉਹ ਟੈਕਸਸ 'ਚ ਜਾਊਗੇ ਤੇ ਉਹਨਾਂ ਦੇ ਸਟੈਂਪ ਨਹੀਂ ਲੱਗੀ ਹੋਈ ਹੈਗੀ, ਕਦੋਂ ਐਕਸਪਾਇਰ ਹੋਣਾ ਹੈਗਾ ਆ, ਤੇ ਉਹ ਟੈਕਸਸ ਦਾ ਲਾਇਸੈਂਸ ਨਹੀਂ ਲੈ ਸਕਦੇ ਹੈਗੇ। ਸੋ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਹ ਪੋਜੀਸ਼ਨ ਲਈ ਆ ਵੀ ਉਹ ਫੋਰਨ ਪਾਸਪੋਰਟ ਉਹ ਨਹੀਂ ਲੈਣਗੇ ਜਿਹਦੇ ਉੱਤੇ ਐਕਸਪਾਇਰਡ ਵੀਜ਼ਾ ਲਿਖਿਆ ਹੋਇਆ ਹੈਗਾ ਆ, ਖਾਸ ਕਰਕੇ ਜਿਹੜੀ ਉਹਨਾਂ ਦੀ ਰੀਅਲ ਆਈਡੀ ਪਰਪਸ ਹੈਗਾ ਆ। ਸੋ ਇਹਦੇ ਨਾਲ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ, ਖਾਸ ਕਰਕੇ ਜਿਹੜੇ ਇੰਜੀਨੀਅਰ ਜਾਂ ਹੋਰ H1B ਵੀਜ਼ੇ ਦੇ ਉੱਤੇ ਹੈਗੇ ਆ। ਕਹਿੰਦੇ ਭਈ ਹੁਣ ਸਿਚੁਏਸ਼ਨ ਇਹ ਬਣੀ ਆ ਵੀ ਜੇ ਤੁਸੀਂ ਟੈਕਸਸ ਦਾ ਡਰਾਈਵਿੰਗ ਲਾਇਸੈਂਸ ਲੈਣਾ ਆ, ਤੇ ਤੁਹਾਨੂੰ ਇੰਡੀਆ ਨੂੰ ਜਾਣਾ ਪਊਗਾ। ਇੰਡੀਆ ਜਾ ਕੇ ਤੁਹਾਨੂੰ ਸਟੈਂਪ ਲਵਾਉਣੀ ਪਊਗੀ ਪਾਸਪੋਰਟ ਤੇ, ਮੁੜ ਕੇ ਆ ਕੇ ਫਿਰ ਟੈਕਸਸ ਸਟੇਟ 'ਚ ਆਓ ਤਾਂ ਫੇਰ ਤੁਸੀਂ ਜਿਹੜਾ ਲਾਇਸੈਂਸ ਆ ਉਹ ਲੈ ਸਕਦੇ ਹੈਗੇ ਆ। ਸੋ ਇਹ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ, ਉਹਨਾਂ ਨੇ ਹੁਣ ਕਾਫੀ ਰੌਲਾ ਪਾਇਆ ਇਸ ਇਸ਼ੂ ਦੇ ਉੱਤੇ ਵੀ ਭਈ ਇਹ ਤੁਸੀਂ ਸ਼ਰੇਆਮ ਜਿਹੜਾ ਆ ਧੱਕਾ ਕਰ ਰਹੇ, ਜਦ ਕਿ ਉਹ ਲੀਗਲੀ ਉਹਨਾਂ ਦਾ ਜਿਹੜਾ H1 ਐਕਸਟੈਂਡ ਹੋ ਚੁੱਕਾ ਹੈਗਾ ਆ, ਉਹ ਜੌਬ ਕਰ ਰਹੇ ਹੈਗੇ ਆ, ਟੈਕਸ ਪੇ ਕਰ ਰਹੇ ਹੈਗੇ। ਜੀ। ਜੋ H1B ਵੀਜ਼ਾ, H4 ਵੀਜ਼ਾ ਤੇ F1B ਵੀਜ਼ਾ ਹੋਲਡਰਸ ਆ, ਉਹਨਾਂ ਨੂੰ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਟੈਕਸਸ ਦੇ ਵਿੱਚ ਆ ਰਹੀ ਆ। ਟੈਕਸਸ ਸਟੇਟ ਨੇ ਇਹ ਕਿਹਾ ਵੀ ਜੇ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗੀ ਹੋਈ ਹੈਗੀ ਆ, ਵੈਲਿਡ ਪੇ ਇੰਨੇ ਚਿਰ ਲਈ ਤੁਹਾਡਾ ਵੀਜ਼ਾ ਵੈਲਿਡ ਆ, ਤਾਂ ਹੀ ਅਸੀਂ ਤੁਹਾਨੂੰ ਲਾਇਸੈਂਸ ਦੇਵਾਂਗੇ। ਅਮਰੀਕਾ 'ਚ ਅੱਜ-ਕੱਲ੍ਹ ਕੀ ਹੋ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ H1 H4 ਜਾਂ F1 ਵੀਜ਼ਾ ਤੇ ਉੱਤੇ ਹੈਗੇ ਆ, ਉਹਨਾਂ ਦੀ ਐਕਸਟੈਂਸ਼ਨ ਤਾਂ ਹੋ ਜਾਂਦੀ ਆ, ਪਰ ਉਹ ਆਪਣੀ ਸਟੈਂਪ ਜਿਹੜੀ ਲਵਾਉਣ ਲਈ ਇੰਡੀਆ ਜਾਂ ਹੋਰ ਮੁਲਕਾਂ ਦੇ ਵਿੱਚ ਵਾਪਸ ਨਹੀਂ ਜਾਂਦੇ, ਕਿਉਂਕਿ ਉੱਥੇ 1-1 ਸਾਲ ਤੱਕ ਦਾ ਜਿਹੜਾ ਵੇਟਿੰਗ ਪੀਰੀਅਡ ਵੀ ਜਿਹੜਾ ਦੱਸਿਆ ਜਾ ਰਿਹਾ ਹੈਗਾ। ਸੋ ਹੁਣ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਮੰਨ ਲਓ ਵੀ ਅੱਜ ਦੀ ਡੇਟ 'ਚ ਕੈਲੀਫੋਰਨੀਆ ਦਾ ਲਾਇਸੈਂਸ ਉਹਨਾਂ ਦਾ ਵੈਲਿਡ ਆ, ਤੇ ਜੇ ਉਹ ਟੈਕਸਸ 'ਚ ਜਾਊਗੇ ਤੇ ਉਹਨਾਂ ਦੇ ਸਟੈਂਪ ਨਹੀਂ ਲੱਗੀ ਹੋਈ ਹੈਗੀ, ਕਦੋਂ ਐਕਸਪਾਇਰ ਹੋਣਾ ਹੈਗਾ ਆ, ਤੇ ਉਹ ਟੈਕਸਸ ਦਾ ਲਾਇਸੈਂਸ ਨਹੀਂ ਲੈ ਸਕਦੇ ਹੈਗੇ। ਸੋ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਹ ਪੋਜੀਸ਼ਨ ਲਈ ਆ ਵੀ ਉਹ ਫੋਰਨ ਪਾਸਪੋਰਟ ਉਹ ਨਹੀਂ ਲੈਣਗੇ ਜਿਹਦੇ ਉੱਤੇ ਐਕਸਪਾਇਰਡ ਵੀਜ਼ਾ ਲਿਖਿਆ ਹੋਇਆ ਹੈਗਾ ਆ, ਖਾਸ ਕਰਕੇ ਜਿਹੜੀ ਉਹਨਾਂ ਦੀ ਰੀਅਲ ਆਈਡੀ ਪਰਪਸ ਹੈਗਾ ਆ। ਸੋ ਇਹਦੇ ਨਾਲ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ, ਖਾਸ ਕਰਕੇ ਜਿਹੜੇ ਇੰਜੀਨੀਅਰ ਜਾਂ ਹੋਰ H1B ਵੀਜ਼ੇ ਦੇ ਉੱਤੇ ਹੈਗੇ ਆ।
ਕਹਿੰਦੇ ਭਈ ਹੁਣ ਸਿਚੁਏਸ਼ਨ ਇਹ ਬਣੀ ਆ ਵੀ ਜੇ ਤੁਸੀਂ ਟੈਕਸਸ ਦਾ ਡਰਾਈਵਿੰਗ ਲਾਇਸੈਂਸ ਲੈਣਾ ਆ ਤੇ ਤੁਹਾਨੂੰ ਇੰਡੀਆ ਨੂੰ ਜਾਣਾ ਪਊਗਾ। ਇੰਡੀਆ ਜਾ ਕੇ ਤੁਹਾਨੂੰ ਸਟੈਂਪ ਲਵਾਉਣੀ ਪਊਗੀ ਪਾਸਪੋਰਟ ਤੇ, ਮੁੜ ਕੇ ਆ ਕੇ ਫਿਰ ਟੈਕਸਸ ਸਟੇਟ 'ਚ ਆਓ ਤਾਂ ਫੇਰ ਤੁਸੀਂ ਜਿਹੜਾ ਲਾਇਸੈਂਸ ਆ ਉਹ ਲੈ ਸਕਦੇ ਹੈਗੇ ਆ। ਸੋ ਇਹ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ ਉਹਨਾਂ ਨੇ ਹੁਣ ਕਾਫੀ ਰੌਲਾ ਪਾਇਆ ਇਸ ਇਸ਼ੂ ਦੇ ਉੱਤੇ ਵੀ ਭਈ ਇਹ ਤੁਸੀਂ ਸ਼ਰੇਆਮ ਜਿਹੜਾ ਆ ਧੱਕਾ ਕਰ ਰਹੇ ਜਦ ਕਿ ਉਹ ਲੀਗਲੀ ਉਹਨਾਂ ਦਾ ਜਿਹੜਾ H1 ਐਕਸਟੈਂਡ ਹੋ ਚੁੱਕਾ ਹੈਗਾ ਆ, ਉਹ ਜੌਬ ਕਰ ਰਹੇ ਹੈਗੇ ਆ, ਟੈਕਸ ਪੇ ਕਰ ਰਹੇ ਹੈਗੇ। जी।